कि जिहड़ा नकली मेयर इन्होंने बिठाया वो उतरेगा कुर्सी। वाल्मीकि समाज के कई लोगों के फोन आ रहे हैं कि जी साडे समाज का बंदा जब लगना सीगा तो इन्होंने ਇਹੋ ਜਿਹਾ धक्का किया, जिस हिसाब का इन्होंने सिस्टम किया, जिस हिसाब के टिक्के लाए, अनिल मसीह अंदर जाऊगा और ਜਿਹੜੇ होर भी इन्हों नाल डायरैक्टर ने जिन्होंने काम किया वो भी अंदर जाऊगा। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ, ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜਦੋਂ ਤੋਂ ਚੰਡੀਗੜ੍ਹ 'ਚ ਮੇਅਰ ਦੀ ਚੋਣ ਹੋਈ ਹੈ। ਇਸ ਵੇਲੇ ਵੀ ਅਸੀਂ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਬਿਲਡਿੰਗ ਦੇ ਸਾਹਮਣੇ ਮੌਜੂਦ ਹਾਂ, ਜਿੱਥੇ ਆਮ ਆਦਮੀ ਪਾਰਟੀ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਸੋ ਮੇਅਰ ਦੀ ਚੋਣ ਹੋਣ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਿਹਾ, ਕਾਂਗਰਸ ਵੱਲੋਂ ਵੀ ਕੀਤਾ ਜਾ ਰਿਹਾ, ਆਮ ਆਦਮੀ ਪਾਰਟੀ ਵੱਲੋਂ ਵੀ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਾਉਂਸਲਰਸ ਨੇ, ਆਮ ਆਦਮੀ ਪਾਰਟੀ ਦੇ ਲੀਡਰਸ ਨੇ ਜਿਹੜੇ ਉਹ ਭੁੱਖ ਹੜਤਾਲ 'ਤੇ ਇਸ ਵੇਲੇ ਬੈਠੇ ਹੋਏ ਨੇ। ਤੇ ਗੱਲਬਾਤ ਕਰਾਂਗੇ ਡਾਕਟਰ ਸਨੀ ਆਹਲੂਵਾਲੀਆ ਜੀ ਦੇ ਨਾਲ, ਕੀ ਮਕਸਦ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਪ੍ਰੈਸ਼ਰ ਪਾਉਣਾ ਚਾਹੁੰਦੇ ਨੇ। ਆਹਲੂਵਾਲੀਆ ਜੀ, ਕਿਵੇਂ ਦੇਖਦੇ ਹੋ ਇਹ ਭੁੱਖ ਹੜਤਾਲ ਸ਼ੁਰੂ ਕਰਨ ਦਾ ਕੀ ਮਤਲਬ ਸੀਗਾ ਤੇ ਕਿਸ ਤਰ੍ਹਾਂ ਦੇ ਨਾਲ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਅਨਿਲ ਮਸੀਹ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਜਨਰਲ ਸੈਕਟਰੀ ਹੈ ਮਾਈਨੋਰਿਟੀ ਵਿੰਗ ਦਾ, ਉਹਨੇ ਇੱਕ ਕੰਮ ਕੀਤਾ। ਉਹਨੇ ਕੀ ਕੰਮ ਕੀਤਾ? ਉਹਨੇ ਡੈਮੋਕ੍ਰੇਸੀ ਦੀ ਹੱਤਿਆ ਕਰਤੀ। ਡੈਮੋਕ੍ਰੇਸੀ ਦੀ ਹੱਤਿਆ ਹੋਈ ਕਿਵੇਂ? ਟਿਕ ਲਗਾ ਕੇ, ਪੈਨ ਨਾਲ ਟਿਕ ਲਗਾਏ ਗਏ। ਪਾਇਲਟ ਦਾ ਪੈਨ ਸੀਗਾ, ਦਿਖਦਾ ਪਿਆ ਕਿਸ ਪਰਚੀ ਤੇ ਕਿੰਨੇ ਟਿਕ ਲੱਗੇ ਔਰ 8 ਪਰਚੀਆਂ ਤੇ ਉਹਨੇ ਟਿਕ ਲਾਏ। ਇਹ ਜਿਹੜਾ ਧੱਕਾ ਉਹਨਾਂ ਨੇ ਕੀਤਾ, ਮੈਂ ਸਮਝਦਾ ਵੀ ਦੇਸ਼ ਲਈ ਤੇ ਡੈਮੋਕ੍ਰੇਸੀ ਲਈ ਬਹੁਤ ਵੱਡਾ ਖਤਰਾ ਹੈ। ਅੱਗੇ ਕਿਹਾ ਜਾਂਦਾ ਸੀ ਕਿ ਇਹ ਲੋਕ ਧੱਕਾ ਕਰਦੇ, ਪਰ ਕੈਮਰਿਆਂ 'ਚ ਕਦੀ ਰਿਕਾਰਡ ਨਹੀਂ ਹੋਇਆ। ਹਾਈ ਕੋਰਟ ਦੇ ਜਿਹੜੀ ਕਿਹਾ ਸੀ ਫ੍ਰੀ ਐਂਡ ਫੇਅਰ ਇਲੈਕਸ਼ਨ, ਉਹਦੇ ਤਹਿਤ ਕੈਮਰੇ ਲੱਗੇ ਸੀ। 7 ਕੈਮਰੇ ਕਿਹਾ ਜਾਂਦਾ ਅਸੈਂਬਲੀ ਹਾਲ ਦੇ ਅੰਦਰ ਸੀਗੇ। ਉਸ 'ਚ ਇਹਨਾਂ ਨੇ ਕੈਮਰੇ ਵੀ ਹਟਵਾਏ ਵੀ ਕੈਮਰੇ ਸਾਈਡ 'ਤੇ ਕਰੋ। ਕੈਮਰੇ ਹਟਾਉਣ ਦੇ ਬਾਵਜੂਦ ਵੀ ਕਈ ਕੈਮਰਿਆਂ 'ਚ ਇਹ ਚੀਜ਼ਾਂ ਰਿਕਾਰਡ ਹੋ ਗਈ। ਔਰ ਮੈਂ ਸਮਝਦਾ ਕਿ ਲੋਕਾਂ ਦੇ ਅੱਗੇ ਜ਼ਰੂਰ ਜਲਦ ਆ ਵੀ ਜਾਊਗੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਸੁਪਰੀਮ ਕੋਰਟ ਤੋਂ, ਹਾਈ ਕੋਰਟ ਤੋਂ ਫੈਸਲਾ ਵੀ ਇਹੋ ਜਿਹਾ ਆਏਗਾ ਕਿ ਜਿਹੜਾ ਨਕਲੀ ਮੇਅਰ ਇਹਨਾਂ ਨੇ ਬਿਠਾਇਆ ਉਹ ਉਤਰੇਗਾ ਕੁਰਸੀ ਤੋਂ। ਤੇ ਸੁਪਰੀਮ ਕੋਰਟ 'ਚ ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਨਾਲ ਇਨਸਾਫ ਮਿਲ ਸਕਦਾ ਜੋ ਤੁਹਾਨੂੰ ਹਾਈ ਕੋਰਟ ਤੋਂ ਨਹੀਂ ਮਿਲਿਆ? ਨਹੀਂ, ਹਾਈ ਕੋਰਟ ਨੇ 3 ਹਫ਼ਤੇ ਦਾ ਟਾਈਮ ਮੰਗਿਆ। ਅਸੀਂ ਸੁਪਰੀਮ ਕੋਰਟ 'ਚ ਗਏ ਕਿ ਇਸ ਟਾਈਮ ਨੂੰ ਅਰਲੀ ਕੀਤਾ ਜਾਵੇ, ਸਮਝ ਰਹੇ ਜੀ। ਅਤੇ ਹਰ ਇੱਕ ਇੰਡੀਅਨ ਸਿਟੀਜ਼ਨ ਨੂੰ ਰਾਈਟ ਹੈ, ਉੱਥੇ ਕੁਲਦੀਪ ਕੁਮਾਰ ਨੂੰ ਵੀ ਰਾਈਟ ਹੈ। ਜੇ ਹਾਈ ਕੋਰਟ 'ਚ ਜਾਂਦੇ, ਹਾਈ ਕੋਰਟ ਨੇ ਮਨਾ ਨਹੀਂ ਕੀਤਾ। ਹਾਈ ਕੋਰਟ ਨੇ ਕਿਹਾ 3 ਹਫ਼ਤੇ ਦੀ ਤਰੀਕ, ਪਰ ਕਿਉਂਕਿ ਮੈਟਰ ਇੰਨਾ ਸੈਂਸਿਟਿਵ ਹੈ। ਸਾਡੀ ਵਾਲਮੀਕੀ ਸਮਾਜ ਦੇ ਕਈ ਲੋਕਾਂ ਦੇ ਫੋਨ ਆ ਰਹੇ ਨੇ ਕਿ ਜੀ ਸਾਡੇ ਸਮਾਜ ਦਾ ਬੰਦਾ ਜਦ ਲੱਗਣਾ ਸੀਗਾ ਅਤੇ ਇਹਨਾਂ ਨੇ ਇਹੋ ਜਿਹਾ ਧੱਕਾ ਕੀਤਾ। 1 ਸਾਲ ਦੀ ਟੈਨਿਓਰ ਹੁੰਦੀ ਹੈ ਜੀ। 1 ਸਾਲ ਦੀ ਟੈਨਿਓਰ 'ਚ ਪਹਿਲਾਂ ਤਾਂ ਇਲੈਕਸ਼ਨ 1 ਮਹੀਨਾ ਲੇਟ ਕਰਤਾ, ਮਤਲਬ ਰਹਿ ਗਈ 11 ਮਹੀਨੇ ਦੀ। 1 ਮਹੀਨੇ ਤਰੀਕ ਹੋਰ ਵੱਧ ਗਈ, ਰਹਿ ਗਈ 10 ਮਹੀਨੇ ਦੀ। ਵਿੱਚ MP ਦੇ ਇਲੈਕਸ਼ਨ ਵੀ ਨੇ। ਅਤੇ ਮੈਂ ਸਮਝਦਾ ਵੀ ਟੈਨਿਓਰ ਕਿ ਹਰ ਇੱਕ ਨੂੰ ਪਰਫਾਰਮ ਕਰਨ ਦਾ ਟਾਈਮ ਮਿਲਣਾ ਚਾਹੀਦਾ। ਔਰ ਕੁਲਦੀਪ ਕੁਮਾਰ ਜਿਹੜੇ ਹੈਗੇ ਨੇ ਉਹਨਾਂ ਨੂੰ 10 ਮਹੀਨੇ ਹੀ ਮਿਲਣਗੇ। ਇਸ ਕਰਕੇ ਅਸੀਂ ਗਏ ਵੀ ਅਰਲੀ ਇਸ ਦੇ ਉੱਤੇ ਕੀਤਾ। ਇਹ ਤਾਂ ਛੋਟੀ ਹੈ ਜੀ ਕਿ ਜਿਹੜੇ ਇਲੈਕਸ਼ਨ ਨੇ, ਜਿਸ ਹਿਸਾਬ ਦਾ ਇਹਨਾਂ ਨੇ ਸਿਸਟਮ ਕੀਤਾ, ਜਿਸ ਹਿਸਾਬ ਦੇ ਟਿੱਕੇ ਲਾਏ, ਅਨਿਲ ਮਸੀਹ ਅੰਦਰ ਜਾਊਗਾ ਔਰ ਜਿਹੜੇ ਹੋਰ ਵੀ ਇਹਨਾਂ ਨਾਲ ਡਾਇਰੈਕਟਰ ਨੇ ਜਿਨ੍ਹਾਂ ਨੇ ਕੰਮ ਕੀਤਾ ਉਹ ਵੀ ਅੰਦਰ ਜਾਣਗੇ। ਅੱਛਾ, ਭੁੱਖ ਹੜਤਾਲ ਹੈ ਜਿਹੜੀ ਉਹ ਕਦੋਂ ਤੱਕ ਜਾਰੀ ਰਹੂਗੀ ਤੇ ਉਹਦੇ 'ਚ ਕੌਣ ਸ਼ਾਮਿਲ ਰਹੂਗਾ? ਡੇਲੀ ਸਾਡਾ ਇੱਕ ਕਾਉਂਸਲਰ, ਉਹਨਾਂ ਨਾਲ 4 ਲੀਡਰਸ ਬੈਠਣਗੇ। ਅੱਜ ਦੇ ਸਾਡੇ ਕਾਉਂਸਲਰ ਦਮਨ ਜੀ ਬੈਠੇ ਹੋਏ ਨੇ, ਉਹਨਾਂ ਨਾਲ 4 ਸਾਡੇ ਪਾਠਕ ਜੀ ਬੈਠੇ ਨੇ, ਜਨਾਵਰ ਜੀ ਬੈਠੇ ਨੇ, ਮਮਤਾ ਮੈਡਮ ਬੈਠੀ ਹੈ, ਸੁਖਰਾਜ ਸੰਧੂ ਮੈਡਮ, ਮੀਨਾ ਸ਼ਰਮਾ ਬੈਠੇ ਅਤੇ ਸੁਖਰਾਜ ਸੰਧੂ। ਇਹ ਡੇਲੀ ਬੈਠਣਗੇ। ਇਹ ਤਦ ਤੱਕ ਚੱਲਦੀ ਰਹੇਗੀ ਜਦ ਤੱਕ ਅਨਿਲ ਮਸੀਹ ਜੀ ਨੂੰ ਸਜ਼ਾ ਨਹੀਂ ਸੁਣਾਉਂਦੇ, ਤਦ ਤੱਕ ਇਹ ਚੱਲਦੀ ਰਹੇਗੀ। ਮੈਮ, ਤੁਸੀਂ ਦੱਸੋ ਜੀ ਕੀ ਕਹਿਣਾ ਚਾਹੋਗੇ ਜੋ ਕੁਛ ਵੀ ਹੋ ਰਿਹਾ ਹੈ, ਪ੍ਰੋਟੈਸਟ ਕੀਤੇ ਜਾ ਰਹੇ ਨੇ, ਪਰ ਕਿੰਨਾ ਕੁ ਇੰਪੈਕਟ ਪੈਂਦਾ ਦੇਖ ਰਹੇ ਹੋ? ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਸੰਵਿਧਾਨ ਦਾ ਕਤਲ ਹੋਇਆ ਔਰ ਯਦੀ BJP ਇਹੀ ਸਭ ਕਰਨਾ ਹੈ ਤਾਂ ਇਲੈਕਸ਼ਨ 2024 'ਚ ਵੀ ਕਰਾਉਣ ਦੀ ਲੋੜ ਨਹੀਂ ਹੈ। ਉਹ ਇਕੱਲੇ ਭੱਜਣ, ਇਕੱਲੇ ਜਿੱਤ ਲੈਣ, ਇਲੈਕਸ਼ਨ ਦੀ ਲੋੜ ਕੀ ਹੈ? ਔਰ ਯਦੀ ਇਲੈਕਸ਼ਨ ਹੁੰਦੇ ਆ ਤਾਂ ਨਿਸ਼ਪਕਸ਼ ਹੋਣੇ ਚਾਹੀਦੇ ਆ ਜਾਂ ਫਿਰ ਇਲੈਕਸ਼ਨ ਹੋਣੇ ਹੀ ਨਹੀਂ ਚਾਹੀਦੇ। ਇਹ ਸਾਫ਼ ਕਹਿ ਦੇਣ ਅਸੀਂ ਇਲੈਕਸ਼ਨ ਨਹੀਂ ਕਰਾਣੇ, ਇਹ ਜਨਤਾ ਸੋਚੇਗੀ ਕੀ ਕਰਨਾ। ਜਦ ਸੰਵਿਧਾਨ ਦਾ ਕਤਲ ਕਰਨਾ ਹੈ, ਇਸ ਟਾਈਪ ਨਾਲ ਵੋਟਾਂ ਦੀ ਚੋਰੀ ਕਰਨੀ ਹੈ, ਇਸ ਟਾਈਪ ਨਾਲ ਧੋਖਾਧੜੀ ਕਰਨੀ ਹੈ, ਇਹ ਤਾਂ ਅੱਜ ਕੈਮਰੇ ਦੇ ਸਾਹਮਣੇ ਆ ਗਿਆ। ਕੈਮਰੇ 'ਚ ਸਾਰੀ ਦੁਨੀਆ ਨੇ ਦੇਖਿਆ। ਔਰ ਜਿਹੜਾ ਸਾਨੂੰ ਸ਼ੱਕ ਸੀ ਪਹਿਲਾਂ ਵੀ ਇਹ ਚੋਰੀ ਤਾਂ ਕਰ ਹੀ ਰਹੇ ਹਾਂ, ਚਾਹੇ EVM ਮਸ਼ੀਨ 'ਚ ਕਰ ਰਹੇ ਹਾਂ, ਚਾਹੇ ਕਿਸੇ ਵੀ ਤਰੀਕੇ ਨਾਲ ਹਰ ਚੀਜ਼ ਦੀ ਚੋਰੀ ਕਰ ਰਹੇ ਹਾਂ। ਔਰ ਕਦੀ ਇਹ ਧਰਮ ਦਾ ਨਾਮ ਲੈ ਕੇ ਸੱਤਾ 'ਚ ਆਉਂਦੇ ਆ, ਕਦੀ ਕਿਸੇ ਤਰੀਕੇ ਨਾਲ ਆਉਂਦੇ ਆ, ਲੇਕਿਨ ਪਰਫਾਰਮੈਂਸ ਇਹਨਾਂ ਦੀ ਦੇਸ਼ 'ਚ ਕੁਛ ਵੀ ਨਹੀਂ ਹੈ। ਔਰ BJP ਨੇ ਆਪਣੇ ਮੱਥੇ 'ਤੇ ਕਾਲਾ ਟਿੱਕਾ ਲਗਵਾ ਲਿਆ ਔਰ ਜਨਤਾ ਜਾਂ ਦੇਸ਼ ਵਿਦੇਸ਼ ਇਹਨਾਂ ਨੂੰ ਕਦੀ ਮਾफ़ ਨਹੀਂ ਕਰੇਗਾ, ਕਦੀ ਵੀ। ਔਰ ਇਹ ਇਤਿਹਾਸ 'ਚ ਇਹ ਕਾਲਾ ਅੰਕ ਲਿਖਿਆ ਜਾਏਗਾ ਜੋ ਕਿ ਕੈਮਰਿਆਂ 'ਚ ਦਰਜ ਹੋਇਆ।
ਜਿਸ ਤਰੀਕੇ ਨਾਲ ਇਹਨਾਂ ਨੇ ਸਕ੍ਰੈਚ ਮਾਰੇ ਹੈ ਪੇਪਰਾਂ ਤੇ, ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਹੈ, ਔਰ ਜੋ ਵੀ ਇਹਨਾਂ ਨੇ ਪ੍ਰੋਜ਼ਾਈਡਿੰਗ ਅਫਸਰ ਬਿਠਾਇਆ ਸੀ ਉਹ ਇਹਨਾਂ ਦਾ ਆਪਣਾ ਹੀ ਪਾਰਟੀ ਦਾ ਬੰਦਾ ਸੀਗਾ। ਔਰ ਇਸ ਤਰੀਕੇ ਨਾਲ ਜੋ ਵੀ ਹੋਇਆ ਹੈ ਉਹ ਬਹੁਤ ਹੀ ਦੇਸ਼ ਵਾਸਤੇ ਘਾਤਕ ਹੈ। ਮੈਮ ਸੁਖਰਾਜ ਸੰਧੂ ਵੀ ਨੇ ਨਾਲ ਸਾਡੇ ਗੱਲਬਾਤ ਕਰਾਂਗੇ। ਮੈਮ ਕੀ ਕਹਿਣਾ ਚਾਹੋਗੇ, ਹਰ ਸਾਲ ਬੀਜੇਪੀ ਕਾਮਯਾਬ ਹੋ ਰਹੀ ਹੈ ਮੇਅਰ ਬਣਾਉਣ ਦੇ ਵਿੱਚ, ਸਭ ਤੋਂ ਵੱਧ ਸੀਟਾਂ ਵੀ ਆਈਆਂ, ਪਰ ਫਿਰ ਵੀ 3 ਸਾਲ ਹੋ ਚੁੱਕੇ ਨੇ ਤੱਕ ਮੇਅਰ ਨਹੀਂ ਬਣਾ ਪਾ ਰਹੇ। ਦੇਖੋ ਅੱਜ ਅਸੀਂ ਉਹ ਧਰਨਾ ਲਾਣਾ ਪਿਆ ਕਿਉਂਕਿ ਇਹਨਾਂ ਦੀ ਗੁੰਡਾਗਰਦੀ ਹਜੇ ਤੱਕ ਖਤਮ ਨਹੀਂ ਹੋਈ। ਹੁਣ ਸਾਰੀਆਂ ਦੇਖੋ ਅੱਜ ਇਸ ਵਾਰ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਰੀ ਕੈਮਰੇ ਵਿੱਚ ਕੈਪਚਰ ਹੋਈ ਹੈ ਤਾਂ ਇਹਨਾਂ ਦੀ ਅਸਲੀਅਤ ਸਾਹਮਣੇ ਆਈ ਹੈ। ਇਹ ਹਰ ਸਾਲ ਹਰ ਵਾਰੀ ਇਹੀ ਕੰਮ ਕਰਦੇ ਆ, ਇਹੀ ਇਹਨਾਂ ਦੀ ਗੁੰਡਾਗਰਦੀ ਚੱਲਦੀ ਆ। ਦੇਖੋ ਪ੍ਰੈਜ਼ਾਈਡਿੰਗ ਅਫਸਰ ਨੂੰ ਹਜੇ ਤੱਕ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ, ਨਾ ਉਹਨੂੰ ਅੰਦਰ ਕੀਤਾ ਗਿਆ, ਨਾ ਉਹ ਤੋਂ ਸਵਾਲ ਜਵਾਬ ਪੁੱਛੇ ਗਏ। ਸ਼ਰੇਆਮ ਦੇਖੋ ਕੀ ਚੱਲ ਰਿਹਾ ਹੈਗਾ ਸਿਸਟਮ ਸਾਰਾ। ਇਹਨਾਂ ਡੈਮੋਕ੍ਰੇਸੀ ਨੂੰ ਇਹਨਾਂ ਨੇ ਸਾਰੇ ਹੱਤਿਆ ਇੰਨੀ ਜ਼ਬਰਦਸਤ ਕਰ ਦਿੱਤੀ ਹੈ ਕਿ ਇੰਨਾ ਬੁਰਾ ਹਾਲ ਹੋ ਗਿਆ ਕਿ ਲੋਕ ਨੂੰ ਅਨਿਆਏ। ਅਸੀਂ ਇਸੇ ਲਈ ਭੁੱਖ ਹੜਤਾਲ 'ਤੇ ਇਸੇ ਲਈ ਬੈਠੇ ਹਾਂ ਔਰ ਸ਼ਾਂਤੀਪੂਰਵਕ ਇਹ ਅਸੀਂ ਕਰਾਂਗੇ ਕਿ ਅਸੀਂ ਆਪਣਾ ਅਨਿਆਏ ਨੂੰ। ਠੀਕ ਹੈ। ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਦੇ ਲੀਡਰਸ ਦੇ ਨਾਲ, ਤੇ ਤੁਸੀਂ ਦੇਖਿਆ ਭੁੱਖ ਹੜਤਾਲ 'ਤੇ ਵੀ ਬੈਠੇ ਨੇ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਨੇ ਫੜੇ ਹੋਏ ਨੇ, ਬੈਨਰਸ ਫੜੇ ਹੋਏ ਨੇ, ਵੋਟ ਚੋਰ ਬੀਜੇਪੀ ਜੀ, #ਵੋਟ ਚੋਰ ਬੀਜੇਪੀ। ਸੋ ਵੋਟ ਚੋਰ ਬੀਜੇਪੀ ਇਹਨਾਂ ਨੇ ਲਿਖਿਆ, ਆਪਣਾ ਜਿਹੜਾ ਹੈਗਾ ਉਹ ਪ੍ਰਦਰਸ਼ਨ ਕਰ ਰਹੇ ਨੇ, ਆਪਣਾ ਵਿਰੋਧ ਜਿਹੜਾ ਜ਼ਾਹਿਰ ਕਰ ਰਹੇ ਨੇ। ਤੇ ਦੇਖਣ ਵਾਲੀ ਗੱਲ ਹੈ ਕਿ ਕਿੰਨਾ ਸਮਾਂ ਜਿਹੜਾ ਇਹ ਕੰਟਰੋਵਰਸੀ ਜਿਹੜੀ ਹੈਗੀ ਉਹ ਜਾਰੀ ਰਹਿੰਦੀ ਹੈ ਮੇਅਰ ਦੀ ਇਸ ਚੋਣ ਤੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾइम्स। मैम क्या कहना चाहोगे हड़ताल के बारे में और जो चल रहा है? देखो सबसे पहले तो चंडीगढ़ की पूरी जनता को पता है कि जो मसीह जी है वो वोट चोर है, बीजेपी सरकार है जो वो वोट चोर है। हर बार 2 साल से करीब हम पार्षद बन चुके हैं, हर पार्षद अपनी ईमानदारी से काम कर रहा है और चंडीगढ़ की जनता खुश भी है। इसलिए जब अभी फर्स्ट बार इन्होंने जो धोखाधड़ी की थी उसमें इन्होंने एक जो है वोट उसको फाड़ दिया गया था। चलो उस टाइम हम नहीं थे, हमें इतनी नॉलेज नहीं थी। सेकंड बार हमारी कोई वोट क्रॉस नहीं हुई है। थर्ड बार जब इन्हें लगा कि 20 वोट गिर चुकी हैं उसको आम आदमी पार्टी को और इनका मेयर बन चुका है तो इनके गले की हड्डी बनते हुए दिख रहे थे हम लोग, तो इनसे वो चीज़ बर्दाश्त नहीं हुई। क्योंकि ये जो कॉरपोरेशन के ऊपर है कब्जा बोले बैठे हैं, एक कोबरा की तरह बैठे हैं, जैसे एक सांप होता है ना कोबरा, उसकी तरह बैठे हुए हैं सीट के ऊपर। क्योंकि इनको सीट पे एक बर्दाश्त ही नहीं कर सकते कि कोई और सीट पे बैठे। आपने पूरा हाउस देखा, उसका कोर्ट का पूरा फैसला था कि कैमरे लगाए जाएं और दूध का दूध पानी का पानी हो जाए। भगवान के घर में देर है अंधेर नहीं है। साफ कैमरों में इन्होंने हटाने की कोशिश की, इशारे कर रहे हैं इनके काउंसलर कि कैमरे को साइड कर दिया जाए। सरेआम आवाज़ आ रही है, पब्लिक ने देखा है। और मसीह जी है जो 8 वोटों को टिक लगा रहे हैं, तो कितनी गुंडागर्दी करेंगे, कितनी गुंडागर्दी पे आएंगे। क्योंकि इनको पता है अगर आप पार्टी यहाँ पर आ जाती है और मेयर यहाँ पे बन जाते हैं तो सबसे पहले जैसे डड्डू माजरा जैसा डंपिंग ग्राउंड इन्होंने बना के रखा है, इन्होंने एक नस्तूर के रूप में दिया हुआ है चंडीगढ़ को, उन्हें पता है कि उसको ये क्लियर कर देंगे। दूसरी पानी के रेट इन्होंने दूध के रेट से भी ज़्यादा रेट किए हुए हैं पानी के, तो इनको पता है कि पानी फ्री कर देंगे, बिजली फ्री कर देंगे। पार्किंग में लूट खसोट हो रही है, आपको सबको पता है कि ये कितने डबल रेट लगा रहे हैं। एक तरफ से अनूप गुप्ता जी कहते हैं कि हमें डड्डू माजरा के लिए हरियाणा में जगह दी जाए। क्यों भाई, हर चीज़ के लिए लोग डील करते हैं, किस चीज़ की जगह दी जाए इन्हें हरियाणा में? क्योंकि तब हम पार्किंग हरियाणा और पंजाब के लिए कम रेट करेंगे। अरे अनूप गुप्ता, पूरी साल आपसे ज़्यादा फ्लॉप मेयर कोई भी नहीं निकला। आपने चंडीगढ़ के कभी किसी सेक्टरों में गए हो या किसी कॉलोनी में गए हो या किसी पिंड में गए हो? या अनूप गुप्ता जी एक काम बता दे कि मैंने ये काम किया है। उल्टा दिवाली के ऊपर स्टेटमेंट देता है कि पार्किंग फ्री है 2 व्हीलर। हम लोग खुद उसमें हम लोगों ने तो गाड़ियां तक फ्री करने के लिए बोल दिया था कि कार और स्कूटर सब फ्री होने चाहिए। लेकिन उस टाइम तो इन्होंने बोला कि आम आदमी पार्टी चंडीगढ़ की जनता को निकम्मा करना चाहती ताकि घर में निकम्मे आदमियों की तरह बैठ के खाएं। अरे निकम्मा तो आप, सबसे बड़े फ्लॉप और निकम्मे तो मेयर आप निकले। हम लोगों के साथ हाउस में लेके आते 2 व्हीकल का और हम फ्री पार्किंग करते, साथ में गाड़ियों की भी करते। लेकिन अनूप गुप्ता जी ने मिठाई का डिब्बा दिया
दिवाली पे गिफ्ट के तौर पर, और अगले दिन मैं पार्किंग में गई तो सभी सीनियर सिटीजन या जितनी भी लेडीज़ थी सबसे पैसे वसूले जा रहे थे। अरे शुरू से झूठी राजनीति बीजेपी सरकार कर रही है, और अनूप गुप्ता ने भी पूरी साल झूठी राजनीति की और पार्किंग फ्री नहीं हुई है। क्यों चंडीगढ़ की बोली वाली जनता के साथ खिलवाड़ किया जा रहा है, और इतनी गुंडागर्दी पे आ गए कि हाउस में तो इन्होंने मसीह जी ने वोट चोर ने सरेआम वोट की चोरी की है 8 की, और इसे शर्म आनी चाहिए। मसीह जी को एक कुर्सी पे ईमानदारी से बैठते, किसी पार्टी से उनका कोई लेना देना नहीं था, तो क्यों वो बीजेपी के कैंडिडेटों की उन्होंने सपोर्ट की और 8 वोट क्रॉस की। दमन जी, आप आज भूख हड़ताल पर बैठे हैं, किस तरह से देखते हैं? आज दूसरा दिन है आपके प्रोटेस्ट का, कल भारी लाठीचार्ज भी आप पे किया गया था, किस तरह से देखते हैं? देखिए जी, हमारी पार्टी के एक काउंसलर साथ में अन्य 4 साथी रोज़ यहाँ पर लड़ीवार भूख हड़ताल पर बैठेंगे जब तक हमें इंसाफ नहीं मिलता। हमारे साथ 30 तारीख को बहुत बड़ा, मैं कहता हूँ हमारे साथ नहीं, चंडीगढ़ के लोगों के साथ धक्का हुआ है, जो डेमोक्रेसी का मर्डर किया गया है। किस तरीके से भारतीय जनता पार्टी का जो इनका, मैं तो उसे मसीहा बोलूँगा, ये अनिल मसीह नहीं है, ये भारतीय जनता पार्टी के लिए मसीहा बन करके आया है। भारतीय जनता पार्टी का चोला पहन करके प्रिजाइडिंग ऑफिसर की सीट पे बैठा है, और एक प्रिजाइडिंग ऑफिसर की जिम्मेवारी होती है कि वो जो इलेक्शन का जो है दौर है उसको बहुत ही निष्पक्ष तरीके से करवाए। और किस तरीके से उन्होंने इलेक्शन को तोड़ मरोड़ करके, बैलेट पेपर से छेड़छाड़ करके 2 नंबर वाला मेयर कुर्सी पे काबिज कर दिया। मैं ये पूछना चाहता हूँ, सभी मेरे पत्रकार भाई यहाँ खड़े हैं, किसी भी पत्रकार भाई को पता है भी जो वोटें इनवैलिड हुई है वो किस कारण हुई है? बिना कारण बताए सिर्फ ये बोल दिया गया हाँ जी 16 वोट इतने और 12, मतलब 16-12 बोलने की देर थी। किस तरीके से आप सबने देखा होगा कि इनके जो मेयर कैंडिडेट थे वो भाग करके कुर्सी पे कब्जा कर लेते हैं, और हमारे जो काउंसलर हैं वो पता करना चाहते हैं कि ये कितनी क्या हुआ, किस कारण वोट कैंसिल हुई है, ये चेक करना चाहते हैं। तो उनको ये बता दिया जाता है कि इनके पार्षद बैलेट पेपर खींच के भाग रहे हैं। मतलब किस तरीके से लोगों को गुमराह कर रहे हैं, लोगों को झूठ बोल रहे हैं, झूठ की राजनीति। हमारा सबसे पहले इस बारी प्लान था कि हमारे पास 20 पार्षद हैं, उनके पास 16 पार्षद हैं, अकाली दल मिला के और मेंबर पार्लियामेंट मिला के। जीत क्लियर थी हमारी, जीत तो हमारी 18 तारीख को क्लियर थी, पर 18 तारीख को कैसे वो बीमार हो जाते हैं, उनको बीमारी का बहाना लगा करके हॉस्पिटलाइज होना पड़ता है। और मानयोग हाई कोर्ट की जो दिशा निर्देश अनुसार 30 तारीख को इलेक्शन होती है, उनका ये प्लान था कि किसी ना किसी तरीके हम इनके पार्षद से लड़ाई करें और ये इलेक्शन को कैंसिल करें, बट वो उनका ये प्लान कामयाब नहीं होता। और ठीक वोट काउंट से पहले अनिल मसीह को बाहर जाना पड़ता है, बाथरूम का बहाना लगाते हैं, बाहर जाते हैं, बाहर सारी सेटिंग करके आते हैं, और आते ही हमारे काउंटिंग एजेंट जो योगेश ढींगरा जी 2 साल से काउंटिंग एजेंट बनते आ रहे हैं, उनको बोलते हैं कि तुम अपनी सीट पे बैठो। मैं ये पूछना चाहता हूँ कि जब कभी इलेक्शन होती है, चाहे हम छोटी सी इलेक्शन, कोई रेजिडेंस वेलफेयर एसोसिएशन की बात करें, कोई मार्केट वेलफेयर एसोसिएशन की बात करें, तो हर जगह एक काउंटिंग एजेंट जरूर होता है। हमारी अपनी इलेक्शन थी, हमारे काउंटिंग एजेंट गए थे वोट काउंट करने, तो किस तरीके से इलेक्शन एजेंट को अपनी सीट से उठने नहीं दिया जाता। इनका एक पार्षद जसमन हमारे काउंटिंग एजेंट के पास आके बैठ जाता, उसको अपनी सीट से उठने नहीं दिया जाता, ताकि ये लड़ाई करें और ये इलेक्शन कैंसिल हो। और इसी के चलते चलते जब उनका प्लान ए कामयाब नहीं हुआ, इन्होंने प्लान बी पे काम करा, जिसका नाम था कि 8 वोट इनवैलिड कर दो। मैं ये पूछना चाहता हूँ कि हमारे में से किसी एक बंदे से गलती हो जाएगी, किसी 2 बंदे से हो जाएगी, ज़्यादा गलती हो जाए 3 से हो जाएगी, किस तरीके से 8 लोगों से गलती होगी। अब ये देखो कि 11 बार पेपर चेंज हुए। इंडिया गठबंधन के जो हमारे काउंसलर थे, कांग्रेस के जो तरुणा मेहता, उन्होंने 5 बैलेट पेपर चेंज कराए, 5 बैलेट पेपर। तो किस तरीके ये कह सकते हैं कि इनके 8 बैलेट पेपर गलत है। सो बहुत बड़ा धक्का जो चंडीगढ़ के लोगों के साथ किया है, डेमोक्रेसी की हत्या करी है, बहुत गलत हुआ है। और इसी तरह हम इंसाफ की लड़ाई लड़ते रहेंगे। हमारा एक काउंसलर और 4 अन्य काउंसलर रोज़ यहाँ पर भूख हड़ताल पर बैठेंगे और हर सुबह 10 बजे चेंज होंगे।